Hello everyone. Today we are doing exercise 10.2 of chapter Exponents and Powers. Question number 1 is express the following numbers in standard form. We have first part, this is the number, we have to express it in standard form. In order to express it in standard form, we have to move this point from here to the point over here. ਹੁਣ ਆਪਾਂ ਪੁਆਇੰਟ ਮੂਵ ਕਿਵੇਂ ਕਰਾਂਗੇ? ਇਸ ਪੁਆਇੰਟ ਤੋਂ ਬਾਅਦ ਜਿੰਨੇ ਵੀ ਨੰਬਰ ਨੇ ਉਨੀ ਕੀ ਹੋਣਗੀਆਂ ਜ਼ੀਰੋਜ਼ ਆਪਾਂ ਕੀ ਲਿਖਾਂਗੇ ਡਿਨੋਮੀਨੇਟਰ ਦੇ ਵਿੱਚ। ਸੋ ਆਪਾਂ ਕਾਊਂਟ ਕਰ ਲੈਂਦੇ ਹਾਂ। ਆਪਾਂ ਇਹਨੂੰ ਮੂਵ ਕਰਨਾ ਹੈ ਆਫਟਰ 8 ਇਸ ਪੁਆਇੰਟ ਨੂੰ। ਸੋ ਆਪਾਂ ਕੀ ਚਾਹੁੰਦੇ ਹਾਂ ਕਿ ਆਪਣਾ ਆਨਸਰ ਕੀ ਆਵੇ 8.5। ਹੁਣ ਇਸ ਪੁਆਇੰਟ ਨੂੰ ਇੱਥੋਂ ਇੱਥੇ ਮੂਵ ਕਰਨ ਲਈ ਕਿੰਨੀਆਂ ਜ਼ੀਰੋਜ਼ ਨੇ ਆਪਾਂ ਕਾਊਂਟ ਕਰਾਂਗੇ, ਕਿੰਨੇ ਨੰਬਰਸ ਨੇ ਉਹ ਕਿੰਨੇ ਕੀ ਚਾਹਣਗੇ ਅਪੋਨ ਚਾਹਣਗੇ। ਸੋ ਲੈਟਸ ਕਾਊਂਟ 1 2 3 4 5 6 7 8 9 10 11 12 मतलब 12 ਜ਼ੀਰੋਜ਼ ਨੇ 3 4 5 6 7 8 9 10 11 12। ਸੋ ਇਸ ਪੁਆਇੰਟ ਨੂੰ ਆਪਾਂ ਇੱਥੋਂ ਮੂਵ ਕੀਤਾ, ਉਰੇ ਤੋਂ 8.5 ਤੇ ਮੂਵ ਕੀਤਾ ਤੇ ਜਿੰਨੇ ਵੀ ਇੱਧਰ ਡਿਜਿਟ ਸੀਗੇ ਉਨੀ ਆਪਾਂ ਨੀਚੇ ਕੀ ਲਗਾਤੀਆਂ ਜ਼ੀਰੋਜ਼ ਲਗਾਤੀਆਂ। ਸੋ ਹੁਣ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 8.5 ਅਪੋਨ 10 ਰੇਜ਼ ਟੂ ਦਾ ਪਾਵਰ 12 ਜ਼ੀਰੋਜ਼ ਨੇ ਤਾਂ ਆਪਾਂ ਉਹਨੂੰ ਕੀ ਲਿਖਤਾ ਪਾਵਰ ਦੇ ਵਿੱਚ। ਹੁਣ ਦੇਖੋ ਅਗਰ ਆਪਣੇ ਕੋਲ a ਦੀ ਪਾਵਰ ਨੈਗੇਟਿਵ 'ਚ ਹੈ ਤਾਂ ਅਗਰ ਆਪਾਂ ਉਸਦਾ ਰੈਸੀਪ੍ਰੋਕਲ ਕਰ ਦਿੰਦੇ ਤਾਂ ਪੋਜ਼ੀਟਿਵ ਹੋ ਜਾਏਗੀ। ਹੁਣ ਇਸ ਕੁਐਸਚਨ 'ਚ ਦੇਖੋ ਆਪਣੇ ਕੋਲ ਪਾਵਰ ਕੀ ਹੈ ਪੋਜ਼ੀਟਿਵ ਅਪੋਨ ਦੇ ਵਿੱਚ, ਅਗਰ ਆਪਾਂ ਇਹਨੂੰ ਨਿਊਮਰੇਟਰ 'ਚ ਲੈ ਜਾਵਾਂਗੇ ਤਾਂ ਪਾਵਰ ਕੀ ਹੋ ਜੂਗੀ ਨੈਗੇਟਿਵ। ਸੋ ਇਹਦਾ ਆਨਸਰ ਕੀ ਹੋਏਗਾ ਆਪਣਾ 8.5 ਇੰਟੂ 10 ਰੇਜ਼ ਟੂ ਦਾ ਪਾਵਰ -12। ਇਹ ਕੀ ਸੀ ਇਸ ਨੰਬਰ ਦੀ ਸਟੈਂਡਰਡ ਫਾਰਮ। ਸਿਮਿਲਰਲੀ ਸੈਕਿੰਡ ਪਾਰਟ ਦੇਖਦੇ ਹਾਂ। ਹੁਣ ਦੇਖੋ ਇਸ ਨੰਬਰ ਦੇ ਵਿੱਚ ਵੀ ਆਪਾਂ ਨੂੰ ਸਟੈਂਡਰਡ ਫਾਰਮ 'ਚ ਐਕਸਪ੍ਰੈਸ ਕਰਨਾ, ਉਸ ਲਈ ਆਪਾਂ ਇਸ ਪੁਆਇੰਟ ਨੂੰ ਕਿੱਥੇ ਮੂਵ ਕਰਾਂਗੇ 9 ਤੋਂ ਬਾਅਦ, ਠੀਕ ਹੈ। ਤਾਂ ਉਸ ਤੋਂ ਬਾਅਦ ਇਹ ਆਪਣਾ ਨੰਬਰ ਜਿੱਦਾਂ ਹੁਣ ਦੇਖੋ ਇਹ ਨੰਬਰ ਕੀ ਆ 1 ਤੋਂ ਛੋਟਾ ਹੈ 0.000 ਸੋ ਔਨ 0.85 ਹੈ ਇਹ ਨੰਬਰ ਵੀ। ਸੋ ਇਹਨੂੰ ਆਪਾਂ ਕਿਸ 'ਚ ਐਕਸਪ੍ਰੈਸ ਕਰਾਂਗੇ ਕਿਸੇ ਇੱਕ ਸਟੈਂਡਰਡ ਨੰਬਰ ਦੇ ਵਿੱਚ ਆਪਾਂ ਨੂੰ ਐਕਸਪ੍ਰੈਸ ਕਰਾਂਗੇ 9.42 ਅਤੇ ਜਿੰਨੇ ਵੀ ਪੁਆਇੰਟ ਤੋਂ ਬਾਅਦ ਜਿੰਨੇ ਵੀ ਡਿਜਿਟਸ ਨੇ ਉਨੀਆਂ ਕੀ ਹੋ ਜਾਣਗੀਆਂ ਡਿਨੋਮੀਨੇਟਰ ਦੇ ਵਿੱਚ ਜ਼ੀਰੋਜ਼। ਸੋ ਵੀ ਵਾਂਟ ਟੂ ਐਕਸਪ੍ਰੈਸ ਇਟ ਐਜ਼ 9.42। ਹੁਣ ਦੇਖਦੇ ਹਾਂ 9 ਤੱਕ ਕਿੰਨੀਆਂ ਜ਼ੀਰੋਜ਼ ਨੇ, ਇਹ ਸਾਰੀਆਂ ਆਪਾਂ ਕਾਊਂਟ ਕਰਾਂਗੇ। ਸੋ ਲੈਟਸ ਕਾਊਂਟ 1 2 3 4 5 6 7 8 9 10 11 12 ਕਿੰਨੀਆਂ ਨੇ 12। ਸੋ ਆਪਾਂ ਸਿੱਧਾ ਲਿਖ ਸਕਦੇ ਹਾਂ 10 ਰੇਜ਼ ਟੂ ਪਾਵਰ 12। ਸੋ ਇਹਨੂੰ ਵੀ ਹੁਣ ਆਪਾਂ ਸਿਮਿਲਰਲੀ ਡਿਨੋਮੀਨੇਟਰ 'ਚੋਂ ਅਗਰ ਆਪਾਂ ਨਿਊਮਰੇਟਰ 'ਚ ਲੈ ਕੇ ਜਾਵਾਂਗੇ ਤਾਂ 10 ਦੀ ਪਾਵਰ ਉੱਪਰ ਕੀ ਹੋ ਜਾਏਗੀ -12। ਸੋ ਦਿਸ ਇਜ਼ ਦ ਆਨਸਰ। ਥਰਡ ਪਾਰਟ, ਹੁਣ ਥਰਡ ਪਾਰਟ ਵਿੱਚ ਕੀ ਆਪਣੇ ਕੋਲ ਕੋਈ ਵੀ ਡੈਸੀਮਲ ਨਹੀਂ ਆ। ਸੋ ਇਹਨੂੰ ਆਪਾਂ ਜਦੋਂ ਆਪਾਂ ਸਟੈਂਡਰਡ ਫਾਰਮ 'ਚ ਐਕਸਪ੍ਰੈਸ ਕਰਾਂਗੇ, ਸਪੋਜ਼ ਆਪਣੇ ਕੋਲ ਕੋਈ ਨੰਬਰ ਹੈ 68200। ਹੁਣ ਦੇਖੋ ਇਹਦੇ ਵਿੱਚ ਕੋਈ ਡੈਸੀਮਲ ਨਹੀਂ, ਅਗਰ ਆਪਾਂ ਐਂਡ ਵਿੱਚ ਡੈਸੀਮਲ ਲਗਾ ਕੇ ਜ਼ੀਰੋਜ਼ ਲਗਾ ਦਿੰਦੇ ਹਾਂ ਤਾਂ ਇਹ ਨੰਬਰ ਸੇਮ ਹੀ ਰਹੇਗਾ, ਬਿਕੋਜ਼ ਜਦੋਂ ਆਪਾਂ ਡੈਸੀਮਲ ਹਟਾਵਾਂਗੇ ਤਾਂ ਜਿੰਨੇ ਜ਼ੀਰੋਜ਼ ਨੇ ਜਿੰਨੇ ਨੰਬਰਸ ਨੇ ਡੈਸੀਮਲ ਤੋਂ ਬਾਅਦ ਉਨੇ ਜ਼ੀਰੋਜ਼ ਲੱਗ ਜਾਣਗੇ ਨੀਚੇ ਅਤੇ ਉਹ ਕੈਂਸਲ ਹੋ ਜਾਣਗੀਆਂ। ਸੋ ਦੇਖੋ ਇਸ ਪੂਰੇ ਨੰਬਰ ਦੇ ਵਿੱਚ ਕੋਈ ਡੈਸੀਮਲ ਨਹੀਂ, ਆਪਾਂ ਸਪੋਜ਼ ਕਰ ਲੈਂਦੇ ਕਿ ਇਹਦੇ ਐਂਡ ਦੇ ਕੀ ਹੈ ਡੈਸੀਮਲ ਹੈ। ਹੁਣ ਜਦੋਂ ਆਪਾਂ ਇਹਨੂੰ ਸਟੈਂਡਰਡ ਫਾਰਮ 'ਤੇ ਐਕਸਪ੍ਰੈਸ ਕਰਾਂਗੇ ਤਾਂ ਸਟੈਂਡਰਡ ਫਾਰਮ ਇਹਦੀ ਕੀ ਹੋਏਗੀ ਇੱਕ ਡਿਜਿਟ ਤੋਂ ਬਾਅਦ ਪੁਆਇੰਟ ਲਗਾਉਣਾ ਤਾਂ 6.02। ਹੁਣ ਦੇਖੋ ਅਗਰ ਤਾਂ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਆਪਾਂ ਪੁਆਇੰਟ ਲੈਫਟ ਤੋਂ ਰਾਈਟ ਸ਼ਿਫਟ ਕਰ ਰਹੇ ਸੀ ਤਾਂ ਆਪਾਂ ਕੀ ਕਰ ਰਹੇ ਸੀਗੇ ਡਿਵਾਈਡ ਕਰ ਰਹੇ ਸੀਗੇ, ਜਿੰਨੇ ਜ਼ੀਰੋਜ਼ ਨੇ ਉਨੀ ਜ਼ੀਰੋਜ਼ ਕਿਹਦੇ ਵਿੱਚ ਆਉਂਦੇ ਸੀ ਡਿਨੋਮੀਨੇਟਰ ਦੇ ਵਿੱਚ। ਹੁਣ ਆਪਾਂ ਇੱਥੋਂ ਕੀ ਕਰ ਰਹੇ ਹਾਂ ਸ਼ਿਫਟ ਕਰ ਰਹੇ ਹਾਂ ਪੁਆਇੰਟ ਰਾਈਟ ਟੂ ਲੈਫਟ। ਜਦੋਂ ਲੈਫਟ ਸ਼ਿਫਟ ਕਰ ਰਹੇ ਹਾਂ ਤਾਂ ਕੀ ਹੋਣਗੀਆਂ ਮਲਟੀਪਲਾਈ ਹੋਣਗੀਆਂ ਜਿੰਨੇ ਕਿ ਉਹ ਡਿਜਿਟਸ ਨੇ ਆਫਟਰ ਪੁਆਇੰਟ। ਹੁਣ ਆਪਾਂ ਪੁਆਇੰਟ ਕਿੱਥੇ ਸ਼ਿਫਟ ਕੀਤਾ 6.02 ਇੱਥੇ ਸ਼ਿਫਟ ਕੀਤਾ ਪੁਆਇੰਟ। ਇਸ ਤੋਂ ਬਾਅਦ ਪਿੱਛੇ ਕਿੰਨੇ ਵੀ ਡਿਜਿਟਸ ਨੇ ਉਨੇ ਕੀ ਹੋਏਗੀ 10 ਦੀ ਪਾਵਰ। ਕਾਊਂਟ ਕਰ ਲੈਂਦੇ ਹਾਂ 1 2 3 4 5 6 7 8 9 10 11 12 13 14 ਅਤੇ 15 ਆ ਗਏ। ਸੋ ਆਪਾਂ ਕੀ ਲਿਖਾਂਗੇ 10 ਦੀ ਪਾਵਰ 15 ਜਾਂ ਫਿਰ ਆਪਾਂ 10 ਪਹਿਲਾਂ ਕੀ ਸਿੰਪਲੀ ਲਿਖ ਦਿੰਦੇ ਹਾਂ ਜ਼ੀਰੋਜ਼ 15 ਟਾਈਮਸ 1 2 3 4 5 6 7 8 9 10 11 12 13 14 15। ਸੋ ਇਹ ਕੀ ਆਏਗਾ 6.02 ਇੰਟੂ 10 ਰੇਜ਼ ਟੂ ਦਾ ਪਾਵਰ 15। ਠੀਕ ਹੈ। ਆਪਾਂ ਕੀ ਕੀਤਾ ਸਿੰਪਲੀ ਆਪਾਂ ਕੀ ਕੀਤਾ ਸਪੋਜ਼ ਕੀਤਾ ਕਿ ਜਿਹੜਾ ਪੁਆਇੰਟ ਹੈ ਐਂਡ ਦੇ ਵਿੱਚ ਹੈ। ਸੋ ਇਹਨੂੰ ਆਪਾਂ ਕਿੱਥੇ ਸ਼ਿਫਟ ਕਰਨਾ ਹੈ ਆਫਟਰ 1 ਡਿਜਿਟ। ਸੋ ਆਪਾਂ
ਪੁਆਇੰਟ ਨੂੰ ਲੈ ਆਏ 6.02। ਹੁਣ ਆਪਾਂ ਦੇਖਾਂਗੇ ਜਿੱਥੇ ਆਪਾਂ ਪੁਆਇੰਟ ਸ਼ਿਫਟ ਕੀਤਾ ਉਸ ਤੋਂ ਪਿੱਛੇ ਕਿੰਨੇ ਡਿਜਿਟਸ ਨੇ, ਉਹ ਆਪਾਂ ਕਾਊਂਟ ਕੀਤੇ, ਕਿੰਨੀਆਂ ਸੀਗੀਆਂ 15। ਸੋ ਆਪਾਂ ਇਹਨੂੰ ਕੀ ਕਰਾਂਗੇ 10 ਦੀ ਪਾਵਰ 15 ਨਾਲ ਕੀ ਕਰਾਂਗੇ ਮਲਟੀਪਲਾਈ, ਦੇਖੋ ਤਾਂ ਕੀ ਆ ਜਾਏਗਾ ਇਹ ਆਪਣਾ ਆਂਸਰ। Fourth part, in this part we have to express it in standard form. So in order to express in standard form we want 8.37। सो आप किन्ने डिजिट्स मूव किते आप चेक कर लेने, काउंट करते हैं 1 2 3 4 5 6 7 8 9। सो किन्ने जीरोस 9 जीरोस 1 2 3 4 5 6 7 8 9। सो इट कैन बी रिटन एज 8.37 अपॉन 10 raised to the power 9 if we have power in positive। तो अगर वो न्यूमरेटर जाएगी वो रेसिप्रोकल करांगे तो की हो जाएगी नेगेटिव। सो आवर आंसर इज 8.37 इंटू 10 raised to the power -9। फिफ्थ पार्ट, इस पार्ट ਦੇ ਵਿੱਚ ਵੀ डोंट हैव एनी डेसिमल, पर आप ਇਹਨੂੰ स्टैंडर्ड फॉर्म 'ਚ एक्सप्रैस करना, ਉਹਦੇ ਲਈ ਆਪਾਂ पॉइंट कितने शिफ्ट करांगे आफ्टर 3, ਤਾਂ ਕੀ ਹੈਗਾ 3.186। ਹੁਣ ਆਪਾਂ ਚੈੱਕ ਕਰਾਂਗੇ ਅਗਰ ਆਪਾਂ ਇੱਥੇ मूव ਕੀਤਾ ਪੁਆਇੰਟ ਤਾਂ ਇਸ ਪੁਆਇੰਟ ਤੋਂ ਪਿੱਛੇ ਕਿੰਨੇ ਡਿਜਿਟਸ ਨੇ ਉਹ ਆਪਾਂ ਕਾਊਂਟ ਕਰਾਂਗੇ ਤੇ ਉਹਨੂੰ ਆਪਾਂ 10 ਦੀ ਪਾਵਰ ਨਾਲ ਕੀ ਕਰ ਦਾਂਗੇ ਮਲਟੀਪਲਾਈ। ਸੋ ਕਾਊਂਟ ਕਰਦੇ ਹਾਂ, ਪਿੱਛੋਂ ਕਾਊਂਟ ਕਰਦੇ ਹਾਂ 1 2 3 4 5 6 7 8 9 10 11। ਸੋ 10 raised to the power ਕੀ ਹੋ ਜਾਏਗਾ 11। ਹੁਣ ਇਹ ਕੀ ਸੀਗਾ, ਇਸ ਵਿੱਚ ਕੋਈ ਵੀ ਪੁਆਇੰਟ ਨਹੀਂ, ਆਪਾਂ ਸਪੋਜ਼ ਕਰ ਲਿਆ ਕਿ ਪੁਆਇੰਟ ਪਿੱਛੇ ਹੈ ਤੇ ਉਹਨੂੰ ਆਪਾਂ ਕਿੱਧਰ ਸ਼ਿਫਟ ਕਰ ਰਹੇ ਹਾਂ ਲੈਫਟ ਸਾਈਡ। ਤੇ ਜਦੋਂ ਆਪਾਂ ਪੁਆਇੰਟ ਨੂੰ ਲੈਫਟ ਸਾਈਡ ਸ਼ਿਫਟ ਕਰਾਂਗੇ ਤਾਂ 10 ਦੀ ਪਾਵਰ ਨਾਲ ਕੀ ਕਰਾਂਗੇ ਮਲਟੀਪਲਾਈ। ਅਗਰ ਆਪਾਂ ਲੈਫਟ ਤੋਂ ਰਾਈਟ ਸ਼ਿਫਟ ਕਰ ਰਹੇ ਹਾਂ ਤਾਂ ਕੀ ਕਰਾਂਗੇ ਡਿਵਾਈਡ। ਸੋ ਦਿਸ ਇਜ਼ ਦ ਆਂਸਰ। दैट्स ऑल फॉर टुडे। थैंक यू।